ਦੋਸਤੋ ਹਾਜ਼ਰ ਹਾਂ ਇੱਕ ਹੋਰ ਰਿਪੋਰਟ ਲੈ ਕੇ। ਆਪਣੀ ਬੀਤੀ ਰਿਪੋਰਟ ਵਿੱਚ ਆਪਾਂ ਜ਼ਿਕਰ ਕੀਤਾ ਸੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਕੋਵਾਲ ਬ੍ਰਾਹਮਣਾ ਵਿਖੇ ਨਸ਼ੇ ਦੀ ਤਸਕਰੀ ਦੇ ਨਾਲ ਜੁੜੇ ਹੋਏ ਇੱਕ ਸੰਭਾਵਿਤ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਜਿਹੜੀ ਖਾਨਾ ਜੰਗੀ ਪਿਛਲੇ ਕਈ ਸਾਲਾਂ ਤੋਂ ਚੱਲਦੀ ਪਈ ਸੀ, ਉਸ ਖਾਨਾ ਜੰਗੀ ਦੇ ਪੋਸੀਬਲੀ ਤਹਿਤ ਇੱਕ ਧਿਰ ਦੇ ਪਰਿਵਾਰਕ ਮੈਂਬਰਾਂ ਨੂੰ ਟਾਰਗੇਟ ਕੀਤਾ ਜਾਣਾ, ਨਿਸ਼ਾਨਾ ਬਣਾਇਆ ਜਾਣਾ ਤੇ ਡਬਲ ਮਰਡਰ ਨੂੰ ਅੰਜਾਮ ਦਿੱਤਾ ਜਾਣਾ। ਪੋਸੀਬਲੀ ਤਸਕਰਾਂ ਦੇ ਇੱਕ ਅਜਿਹੇ ਗਿਰੋਹ ਜਿਸ ਦਾ ਸਰਗਨਾ ਯੂਐਸ ਦੇ ਵਿੱਚ ਬੈਠਾ ਹੋਇਆ ਜਸਮੀਤ ਲੱਕੀ ਹੈ, ਜੋ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਖੁੱਲੀ ਸਪਲਾਈ ਦਾ ਇੱਕ ਨੈਟਵਰਕ ਚਲਾਉਂਦਾ ਹੈ। ਦੋਸਤੋ ਅੱਜ ਦੀ ਇਹ ਰਿਪੋਰਟ ਵੀ ਇੱਕ ਅਜਿਹੀ ਹੀ ਘਟਨਾ ਦੇ ਨਾਲ ਜੁੜੀ ਹੋਈ ਰਿਪੋਰਟ ਹੈ, ਲੇਕਿਨ ਅੱਜ ਗੱਲ ਪੰਜਾਬ ਦੀ, ਭਾਰਤ ਦੀ ਨਹੀਂ ਹੋਏਗੀ, ਬਲਕਿ ਗੱਲ ਹੋਏਗੀ ਨਾਰਥ ਅਮਰੀਕਾ, ਕੈਨੇਡਾ ਦੀ, ਜਿੱਥੋਂ ਦੇ ਸ਼ਹਿਰ ਕੈਲਡਨ ਵਿਖੇ ਅੱਜ ਤੋਂ 11 ਮਹੀਨੇ ਪਹਿਲਾਂ ਨਸ਼ੇ ਦੀ ਤਸਕਰੀ ਨੂੰ ਲੈ ਕੇ ਇੱਕ ਗਲਤਫਹਿਮੀ ਦੇ ਚੱਲਦਿਆਂ ਪੋਸੀਬਲੀ ਇੱਕ ਡਰੱਗ ਕਾਰਟਲ ਸਿੰਡੀਕੇਟ ਦੇ ਨਾਲ ਜੁੜੇ ਹੋਏ ਕ੍ਰਿਮੀਨਲਸ ਵੱਲੋਂ, ਹੱਤਿਆਰਿਆਂ ਵੱਲੋਂ ਪੰਜਾਬ ਦੇ ਪਟਿਆਲਾ ਤੋਂ ਆਪਣੇ ਬੇਟੇ ਬੇਟੀ ਨੂੰ ਮਿਲਣ ਗਏ ਹੋਏ ਇੱਕ ਕਪਲ ਗੁਰਸਿੱਖ ਪਰਿਵਾਰ ਦੇ ਸਰਦਾਰ ਜਗਤਾਰ ਸਿੰਘ ਸਿੱਧੂ ਅਤੇ ਬੀਬੀ ਹਰਭਜਨ ਕੌਰ ਸਿੱਧੂ ਦਾ ਬੇਦਰਦੀ ਦੇ ਨਾਲ ਕਤਲ ਕਰਤਾ ਜਾਂਦਾ ਹੈ ਉਹਨਾਂ ਦੇ ਘਰ ਦੇ ਵਿੱਚ ਵੜ ਕੇ। ਦੋਸਤੋ ਇਸ ਹੱਤਿਆਕਾਂਡ ਉੱਤੇ ਮੇਰੀ ਪਿਛਲੀ ਰਿਪੋਰਟ 12 ਜੂਨ 2024 ਯਾਨੀ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਬਣੀ ਸੀ, ਜਿਸ ਵਿੱਚ ਮੈਂ ਜ਼ਿਕਰ ਕੀਤਾ ਸੀ ਨਾਰਥ ਅਮਰੀਕਾ ਤੇ ਖਾਸ ਤੌਰ ਉੱਤੇ ਕੈਨੇਡਾ ਦੇ ਵਿੱਚ ਮਿਸਟੇਕਨ ਆਇਡੈਂਟੀਟੀ ਯਾਨੀ ਕਿ ਗਲਤ ਪਛਾਣ ਕਰਨ ਕਾਰਨ ਡਰੱਗ ਮਾਫੀਆ ਤੇ ਕਾਰਟਲਸ ਦਾ ਨਿਸ਼ਾਨਾ ਬਣ ਰਹੇ ਮਾਸੂਮ ਲੋਕਾਂ ਬਾਰੇ। ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਨੇ, ਰਹਿ ਚੁੱਕੀਆਂ ਨੇ ਕੈਨੇਡਾ ਦੇ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਜਿੱਥੇ ਬੇਗੁਨਾਹ ਲੋਕ ਨਿਸ਼ਾਨਾ ਬਣ ਰਹੇ ਨੇ। ਹੁਣ ਆਪਾਂ ਚੰਗੀ ਤਰ੍ਹਾਂ ਜਾਣਦੇ ਅਤੇ ਸਮਝਦੇ ਹਾਂ। ਮੈਂ ਪਹਿਲਾਂ ਆਪਣੀਆਂ ਕਈ ਰਿਪੋਰਟ ਜੋ ਕਿ ਨਾਰਥ ਅਮਰੀਕਾ ਵਿੱਚ ਹੋ ਰਹੇ ਕ੍ਰਾਈਮ ਉੱਤੇ ਆਧਾਰਿਤ ਰਹੀਆਂ ਨੇ, ਉਹਨਾਂ ਵਿੱਚ ਜ਼ਿਕਰ ਕਰ ਚੁੱਕਾ ਹਾਂ ਕਿ ਦੋ ਵੱਡੇ ਮੁਲਕ ਯੂਨਾਈਟਿਡ ਸਟੇਟਸ ਅਤੇ ਕੈਨੇਡਾ ਦੇ ਵਿੱਚ ਕੋਕੇਨ, ਹੈਰੋਇਨ, MDMA ਤੇ ਹੋਰ ਐਕਸਟੈਸੀ ਡਰੱਗਸ ਦੀ ਸਮਗਲਿੰਗ ਨੂੰ ਲੈ ਕੇ ਮਲਟੀਪਲ ਕਾਰਟਲਸ ਚੱਲਦੇ ਨੇ। ਬਹੁਤ ਹੀ ਵੱਡੇ ਵੱਡੇ ਗੈਂਗ ਜੋ ਕਿ ਸਿਰਫ ਤੇ ਸਿਰਫ ਡਰੱਗ ਸਮਗਲਿੰਗ ਦੇ ਕਾਰੋਬਾਰ 'ਚ ਨੇ। ਇਹਨਾਂ ਦੀ ਸਾਰੀ ਸਪਲਾਈ ਮੈਕਸੀਕੋ ਤੇ ਕੋਲੰਬੀਆ ਤੋਂ ਆਉਂਦੀ ਹੈ। ਸੋ ਇਹ ਕਾਰਟਲਸ ਜਿਹੜੀਆਂ ਵੀ ਆਪਸੀ ਗੈਂਗ ਵਾਰਸ ਦੇ ਵਿੱਚ ਇਨਵੋਲਵ ਰਹਿੰਦੇ ਨੇ, ਉਹਨਾਂ ਦੇ ਵਿੱਚ ਇੱਕ ਦੂਸਰੇ ਗੈਂਗ ਮੈਂਬਰਾਂ ਦੇ ਕਤਲ ਇਸੇ ਵਾਸਤੇ ਹੁੰਦੇ ਨੇ ਕਿਉਂਕਿ ਜਾਂ ਤਾਂ ਇੱਕ ਇਲਾਕੇ ਦੇ ਵਿੱਚ ਡਰੱਗ ਟ੍ਰੇਡ ਨੂੰ ਲੈ ਕੇ ਇਹਨਾਂ ਦੇ ਵਰਚਸਵ ਦੀ, ਕੰਟਰੋਲ ਦੀ ਲੜਾਈ ਰਹਿੰਦੀ ਹੈ, ਜਾਂ ਫਿਰ ਆਪਣੇ ਹੀ ਮੈਂਬਰਾਂ ਵੱਲੋਂ ਕਿਸੇ ਬੇਈਮਾਨੀ ਕਰਨ ਦੀ ਸੂਰਤ ਦੇ ਵਿੱਚ, ਕਿਉਂਕਿ ਬਹੁਤ ਮਹਿੰਗੀ ਨਸ਼ੇ ਦੀਆਂ ਖੇਪਾਂ ਹੁੰਦੀਆਂ ਨੇ। ਇੱਕ ਦੋ ਬੰਡਲ ਵੀ ਜੇ ਗਾਇਬ ਕਰਤੇ ਜਾਣ ਤਾਂ ਮਿਲੀਅਨ ਡਾਲਰਸ ਦੀ ਹੇਰਾਫੇਰੀ ਹੋ ਜਾਂਦੀ ਹੈ। ਸੋ ਇਸ ਤਰੀਕੇ ਦੀ ਧੋਖਾਧੜੀ, ਬੇਈਮਾਨੀ, ਜਿਸ ਨੂੰ ਸਟਿਚਿੰਗ ਕਿਹਾ ਜਾਂਦਾ ਹੈ ਅੰਡਰਵਰਲਡ ਦੀ ਭਾਸ਼ਾ ਦੇ ਵਿੱਚ, ਉਸ ਸੂਰਤ ਦੇ ਵਿੱਚ ਇੱਕ ਦੂਸਰੇ ਦੇ ਕਤਲ ਕੀਤੇ ਜਾਂਦੇ ਨੇ। ਦੋਸਤੋ ਅੱਜ ਜੋ ਮੈਂ ਗੱਲ ਤੁਹਾਡੇ ਨਾਲ ਇਸ ਰਿਪੋਰਟ ਵਿੱਚ ਕਰਾਂਗਾ ਉਹ ਇੱਕ ਬਹੁਤ ਹੀ ਵੱਡੇ ਖੁਲਾਸੇ ਨੂੰ ਲੈ ਕੇ ਹੈ, ਜੋ ਕਿ ਬੀਤੇ ਹਫਤੇ 17 ਅਕਤੂਬਰ ਨੂੰ ਅਮਰੀਕਾ ਦੀ ਫੈਡਰਲ ਏਜੰਸੀਆਂ, ਖਾਸ ਤੌਰ ਉੱਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਲਾਸ ਐਂਜਲਸ ਵਿੰਗ ਵੱਲੋਂ ਕੀਤਾ ਗਿਆ ਹੈ। ਵੱਖ-ਵੱਖ ਮੁਲਕਾਂ ਜਿਸ ਵਿੱਚ ਕੋਲੰਬੀਆ, ਮੈਕਸੀਕੋ, ਕੈਨੇਡਾ ਅਤੇ ਅਮਰੀਕਾ ਸ਼ਾਮਲ ਨੇ, ਇਹਨਾਂ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਵੱਲੋਂ ਇੱਕ ਬਹੁਤ ਹੀ ਵੱਡਾ ਆਪਰੇਸ਼ਨ, ਜਿਸ ਨੂੰ ਨਾਂ ਦਿੱਤਾ ਗਿਆ ਜਾਇੰਟ ਸਲੈਲਮ ਦਾ। ਆਪਰੇਸ਼ਨ ਜਾਇੰਟ ਸਲੈਲਮ, ਇਹ ਨਾਂ ਇਸ ਆਪਰੇਸ਼ਨ ਨੂੰ ਇਸ ਵਾਸਤੇ ਦਿੱਤਾ ਗਿਆ ਕਿਉਂਕਿ ਸਲੈਲਮ ਨਾਂ ਹੈ ਉਸ ਖੇਡ ਮੁਕਾਬਲੇ ਦਾ, ਆਈਸ ਕਿੰਗ ਅਤੇ ਸਨੋਬੋਰਡਿੰਗ ਦੇ ਨਾਲ ਜੁੜਿਆ ਹੋਇਆ ਉਹ ਮੁਕਾਬਲਾ ਜਿਸ ਨੂੰ ਵਿੰਟਰ 올림픽ਸ ਦੇ ਵਿੱਚ ਥਾਂ ਦਿੱਤੀ ਜਾਂਦੀ ਹੈ। ਹੁਣ ਸਾਲ 2002 ਦੇ ਵਿੱਚ ਸਾਲਟ ਲੇਕ ਸਿਟੀ ਵਿਖੇ ਹੋਈਆਂ ਵਿੰਟਰ 올림픽ਸ ਦੇ ਵਿੱਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਰਾਇਨ ਜੇਮਸ ਵੈਡਿੰਗ ਨਾਂ ਦੇ ਇਸ ਖਿਡਾਰੀ ਵੱਲੋਂ, ਜੋ ਕਿ ਇਸ ਇਵੈਂਟ ਦਾ ਮਾਹਰ ਚੈਂਪੀਅਨ ਦੱਸਿਆ ਜਾਂਦਾ ਹੈ। ਤੇ ਇਸ ਡਰੱਗ ਸਿੰਡੀਕੇਟ ਤੇ ਕਾਰਟਲ ਨੂੰ ਮੈਕਸੀਕੋ ਤੋਂ ਬੈਠ ਕੇ ਚਲਾਉਣ ਵਾਲਾ ਇੱਕ ਕੈਨੇਡੀਅਨ ਨਾਗਰਿਕ ਵੈਡਿੰਗ ਹੀ ਇਸ ਪੂਰੇ ਦੇ ਪੂਰੇ ਆਪਰੇਸ਼ਨ ਨੂੰ ਹੈਡ ਕਰ ਰਿਹਾ ਸੀ। FBI ਵੱਲੋਂ ਇਸ ਆਪਰੇਸ਼ਨ ਸੰਬੰਧੀ ਦਿੱਤੀ ਗਈ ਜਾਣਕਾਰੀ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਹਰ ਸਾਲ ਉੱਤਰੀ ਅਮਰੀਕਾ ਯਾਨੀ ਕਿ ਯੂਨਾਈਟਿਡ ਸਟੇਟਸ ਅਤੇ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ, ਸੂਬਿਆਂ ਦੇ ਸ਼ਹਿਰਾਂ ਦੇ ਵਿੱਚ 60 ਟਨ ਤੋਂ ਵੱਧ ਕੋਕੇਨ ਸਿਰਫ ਇਸੇ ਸਿੰਡੀਕੇਟ ਕਾਰਟਲ, ਜੋ ਕਿ ਇੱਕ ਸਿੰਡੀਕੇਟ ਹੈ, ਉਸ ਵੱਲੋਂ ਕੀਤੀ ਜਾਂਦੀ ਸੀ। ਉਸ ਵਕਤ ਜਦੋਂ ਇਸ ਆਪਰੇਸ਼ਨ ਨੂੰ ਵਿੱਢਿਆ ਗਿਆ ਤੇ ਦੱਸਿਆ ਜਾਂਦਾ ਹੈ ਕਿ ਇਸ ਆਪਰੇਸ਼ਨ ਦੀਆਂ ਮਾਰਚ 2024 ਤੋਂ ਲੈ ਕੇ ਅਗਸਤ 2024 ਦੀਆਂ ਇਹਨਾਂ ਤਕਰੀਬਨ 3-4-5 ਮਹੀਨੇ ਦੀਆਂ ਗਤੀਵਿਧੀਆਂ ਦੇ ਉੱਤੇ FBI ਤੇ ਇਹਨਾਂ तमाम ਮੁਲਕਾਂ, ਕੈਨੇਡਾ, ਮੈਕਸੀਕੋ ਤੇ ਕੋਲੰਬੀਆ ਦੀਆਂ ਸਰਕਾਰਾਂ ਤੇ ਉੱਥੋਂ ਦੀਆਂ ਪੁਲਿਸ ਅਤੇ ਲਾਅ ਐਨਫੋਰਸਮੈਂਟ ਏਜੰਸੀਜ਼ ਦੀ ਨਜ਼ਰਾਂ ਸਨ। ਸੋ ਇਹਨਾਂ ਕੁਝ ਮਹੀਨਿਆਂ ਦੌਰਾਨ ਤਕਰੀਬਨ 2500 ਕਿਲੋ ਕੋਕੇਨ ਸਮਗਲ ਕੀਤੀ ਗਈ ਜਾਂ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਨਾਕਾਮਯਾਬ ਕੀਤਾ ਗਿਆ। ਇਸ ਡਰੱਗ ਟ੍ਰੈਫਿਕਿੰਗ ਸਿੰਡੀਕੇਟ ਦੀ ਗਤੀਵਿਧੀਆਂ ਬਾਰੇ ਹੋਰ ਖੁਲਾਸਿਆਂ ਦੇ ਵਿੱਚ FBI ਨੇ ਇਹ ਵੀ ਸਾਫ਼ ਕੀਤਾ ਕਿ ਉਸ ਵਕਤ ਜਦੋਂ ਇਸ ਕਾਰਟਲ ਦੇ 16 ਮੁੱਖ ਮੈਂਬਰਾਂ ਦੀ ਨਿਸ਼ਾਨਦੇਹੀ ਹੋਣ ਤੋਂ ਬਾਅਦ
ਸਬੂਤ ਇਕੱਠੇ ਹੋਣ ਤੋਂ ਬਾਅਦ ਉਹਨਾਂ ਦੇ ਖਿਲਾਫ ਚਾਰजेस ਲਾਤੇ ਗਏ, ਇੰਡਾਈਟਮੈਂਟਸ ਉਹਨਾਂ ਦੇ ਖਿਲਾਫ ਕੋਰਟ ਦੇ ਵਿੱਚ ਦੇ ਦਿੱਤੀਆਂ ਗਈਆਂ, ਉਹਨਾਂ ਦੀ ਧਰਪਕੜ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਸ ਧਰਪਕੜ ਦੇ ਤਹਿਤ 16 ਵਿੱਚੋਂ 12 ਇਸ ਕਾਰਟੇਲ ਦੇ ਵੱਡੇ ਮੈਂਬਰਾਂ ਨੂੰ, ਮੁੱਖ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੇ ਖਿਲਾਫ ਚਾਰ ਸ਼ੀਟਾਂ ਇੰਡਾਈਟਮੈਂਟ ਦੀ ਸ਼ਕਲ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕਰਤੀਆਂ ਗਈਆਂ। ਉਸ ਵਕਤ ਵੀ ਇਹ ਗੈਂਗ ਜਾਂ ਕਹਿ ਲਈਏ ਸਿੰਡੀਕੇਟ 2,500 ਕਿਲੋ ਕੋਕੇਨ ਦੀ ਸਮਗਲਿੰਗ ਇੱਕ ਤੋਂ ਦੂਸਰੇ ਮੁਲਕ ਕਰ ਰਿਹਾ ਸੀ। ਇਹ ਸਾਰੀ ਦੀ ਸਾਰੀ ਮਾਤਰਾ ਦੀ ਡਰੱਗਸ ਜਿਹੜੀ ਪਾਈਪਲਾਈਨ ਦੇ ਵਿੱਚ ਸੀ। ਸੋ ਤੁਸੀਂ ਸਮਝ ਸਕਦੇ ਹੋ ਕਿ ਸਿਰਫ ਇੱਕ ਸਿੰਡੀਕੇਟ ਅਤੇ ਕਾਰਟੇਲ ਕਿੱਡੇ ਵੱਡੇ ਪੱਧਰ ਉੱਤੇ ਆਪਰੇਟ ਕਰਦਾ ਪਿਆ ਸੀ। ਹੁਣ ਦੋਸਤੋ, ਇਸ ਕਾਰਟੇਲ ਦਾ ਸਰਗਨਾ ਰਾਇਨ ਜੇਮਸ ਵੈਡਿੰਗ ਅਜੇ ਵੀ ਫਰਾਰ ਹੈ। $50,000 ਦਾ ਇਨਾਮ FBI ਨੇ ਉਸਦੇ ਗ੍ਰਿਫਤਾਰੀ ਦੇ ਪਿੱਛੇ ਰੱਖਿਆ ਹੈ। ਉਸ ਦਾ 2IC ਐਂਡਰਿਊ ਕਲਾਰਕ, ਜਿਸ ਨੂੰ ਡਿਕਟੇਟਰ ਨਾਂ ਦੇ ਨਾਲੋਂ ਜਾਣਿਆ ਜਾਂਦਾ ਸੀ, ਉਸ ਨੂੰ ਮੈਕਸੀਕੋ ਪੁਲਿਸ ਵੱਲੋਂ ਕੁਝ ਮਹੀਨੇ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਅੱਗੇ ਵਧੀ। ਫਾਈਨਲੀ ਇਹ ਤੱਥ ਸਾਹਮਣੇ ਆਏ ਕਿ 16 ਮੁੱਖ ਮੈਂਬਰਾਂ ਦੇ ਇਸ ਵੱਡੇ ਕਾਰਟੇਲ ਦੇ ਵਿੱਚੋਂ 10 ਜਿਹੜੇ ਕਾਰਟੇਲ ਮੈਂਬਰ ਨੇ ਉਹ ਕੈਨੇਡੀਅਨ ਨੇ, ਜਿਨ੍ਹਾਂ ਵਿੱਚੋਂ 7 ਅੱਜ ਦੀ ਤਰੀਕ ਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਨੇ। ਹੁਣ ਦੋਸਤੋ, ਸਭ ਤੋਂ ਅਹਿਮ ਇੱਥੇ ਜਿਹੜਾ ਪੁਆਇੰਟ ਦੇਖਣ ਵਾਲਾ, ਸਮਝਣ ਵਾਲਾ ਹੈ ਕਿ ਕੋਲੰਬੀਆ ਤੋਂ ਮੈਕਸੀਕੋ ਤੇ ਮੈਕਸੀਕੋ ਤੋਂ ਸਦਰਨ ਕੈਲੀਫੋਰਨੀਆ, ਲਾਸ ਐਂਜਲਸ ਦੇ ਸਟੈਸ਼ ਹਾਊਸਿਸ ਦੇ ਵਿੱਚ ਕੋਕੇਨ ਨੂੰ ਸਟੋਰ ਕਰਨ ਦਾ ਕੰਮ ਇਸ ਕਾਰਟੇਲ ਦਾ ਇੱਕ ਜਿਹੜਾ ਵਿੰਗ ਕਰਦਾ ਸੀ, ਜਿਸ ਤੋਂ ਬਾਅਦ ਇਸ ਨੂੰ ਟਰਾਂਸਪੋਰਟ ਦੇ ਜ਼ਰੀਏ, ਯਾਨੀ ਕਿ ਲੌਂਗ ਹੌਲ ਸੈਮੀ ਟਰੱਕਸ ਦੇ ਜ਼ਰੀਏ ਲਾਸ ਐਂਜਲਸ, ਕੈਲੀਫੋਰਨੀਆ ਤੋਂ ਲਿਜਾਣਾ ਹੁੰਦਾ ਸੀ ontario। ਤੇ ਇਹ ਕੰਮ ਕਰਦੇ ਸੀਗੇ ਕੁਝ ਕੈਨੇਡੀਅਨ, ਜਿਨ੍ਹਾਂ ਵਿੱਚੋਂ 4 ਪ੍ਰਮੁੱਖ ਕੈਨੇਡੀਅਨ ਸਨ, 2 ਪੰਜਾਬੀ ਮੂਲ ਦੇ, ਹਰਦੀਪ ਰੱਤੇ ਅਤੇ ਗੁਰਪ੍ਰੀਤ ਸਿੰਘ। ਹੁਣ ਦੱਸਿਆ ਜਾਂਦਾ ਕਿ ਹਰਦੀਪ ਰੱਤੇ ਅਤੇ ਗੁਰਪ੍ਰੀਤ ਸਿੰਘ ਦਾ ਟਰਾਂਸਪੋਰਟ ਦਾ ਇੱਕ ਲੰਬਾ ਚੌੜਾ ਨੈਟਵਰਕ ਸੀ, ਜਿਸ ਦੀ ਮਦਦ ਦੇ ਨਾਲ ਹੀ ਕੋਕੇਨ ਦੀ ਐਡੀ ਵੱਡੀ ਮਾਤਰਾ ਦੀ ਸਪਲਾਈ ਦਾ ਇਹ ਰੂਟ ਮਾਰਚ ਤੋਂ ਲੈ ਕੇ ਅਗਸਤ ਦੇ ਮਹੀਨੇ ਤੱਕ ਚੱਲਦਾ ਰਿਹਾ ਤੇ ਹਜ਼ਾਰਾਂ ਟਨ ਕੋਕੇਨ ਅਮਰੀਕਾ ਦੇ ਰਾਹ ਤੋਂ ਹੁੰਦਿਆਂ ਹੋਈਆਂ ਕੈਨੇਡਾ ਦੇ ਵਿੱਚ ਸਮਗਲ ਹੁੰਦੀਆਂ ਰਹੀਆਂ। ਅਮਰੀਕਾ ਤੋਂ ਕੈਨੇਡਾ ਤੱਕ ਟਰਾਂਸਪੋਰਟਿੰਗ ਚੇਨ ਦੇ ਜ਼ਰੀਏ ਇਸ ਕਾਰਟੇਲ ਦੇ ਮੁੱਖ ਆਪਰੇਸ਼ਨਸ ਨੂੰ ਹੈਂਡਲ ਕਰਨ ਵਾਲੇ ਹਰਪ੍ਰੀਤ ਰੱਤੇ ਅਤੇ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਤੋਂ ਮਲਿਕ ਕਨਿੰਗਮ ਅਤੇ ਇੱਕ ਹੋਰ ਵਿਅਕਤੀ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ। ਸੋ 4 ਗ੍ਰਿਫਤਾਰੀਆਂ ਕੈਨੇਡਾ ਦੇ ਵਿੱਚ ਹੋਈਆਂ, 3 ਗ੍ਰਿਫਤਾਰੀਆਂ ਕੈਨੇਡੀਅਨ ਨਾਗਰਿਕਾਂ ਦੀ ਅਮਰੀਕਾ ਦੇ ਵਿੱਚ ਕੀਤੀ ਗਈ, ਜਿਸ ਦੇ ਵਿੱਚੋਂ 2 ਇਕਬਾਲ ਵਿਰਕ ਅਤੇ ਰਣਜੀਤ ਸਿੰਘ ਰੋਵਲ ਨਾਂ ਦੇ ਉਹ ਵਿਅਕਤੀ ਸਨ, ਜੋ ਕਿ ਵੈਸੇ ਤਾਂ ਕੈਨੇਡਾ ਦੇ ਸਨ, ਲੇਕਿਨ ਅਮਰੀਕਾ ਦੇ ਵਿੱਚ ਬੈਠ ਕੇ ਇਹ ਲੋਕ ਇਸ ਕਾਰਟੇਲ ਦੀ ਗਤੀਵਿਧੀਆਂ ਨੂੰ ਹੈਂਡਲ ਕਰ ਰਹੇ ਸਨ, ਪੋਸੀਬਲੀ ਕੈਲੀਫੋਰਨੀਆ ਇਲਾਕੇ ਦੇ ਵਿੱਚ। ਸੋ ਇੱਕ ਬਹੁਤ ਵੱਡੇ ਡਰੱਗ ਸਮਗਲਿੰਗ ਸਿੰਡੀਕੇਟ ਨੂੰ ਐਕਸਪੋਜ਼ ਕਰਨ ਦੇ ਵਿੱਚ ਇਹਨਾਂ ਮੁਲਕਾਂ ਦੀਆਂ ਜਾਂਚ ਏਜੰਸੀਆਂ ਕਾਮਯਾਬ ਰਹੀਆਂ ਨੇ। ਜ਼ਿਆਦਾਤਰ ਇਸ ਕਾਰਟੇਲ ਦੇ ਮੈਂਬਰ ਸਲਾਖਾਂ ਦੇ ਪਿੱਛੇ ਪਹੁੰਚ ਚੁੱਕੇ ਨੇ, ਲੇਕਿਨ ਇਸ ਸਿੰਡੀਕੇਟ ਨੂੰ ਹੈਂਡਲ ਕਰਨ ਵਾਲਾ ਰਾਇਨ ਜੇਮਸ ਵੈਡਿੰਗ, ਜੋ ਕਿ ਮੈਕਸੀਕੋ ਤੋਂ ਆਪਰੇਟ ਕਰ ਰਿਹਾ ਸੀ, ਪਿਛਲੇ ਕਈ ਮਹੀਨਿਆਂ ਤੋਂ ਗਾਇਬ ਹੈ। ਪੋਸੀਬਲੀ ਉਹ ਮੈਕਸੀਕੋ ਦੇ ਵਿੱਚ ਹੋ ਸਕਦਾ ਹੈ ਜਾਂ ਉਹ ਮੈਕਸੀਕੋ ਛੱਡ ਚੁੱਕਾ ਹੋ ਸਕਦਾ ਹੈ। ਹੁਣ ਦੋਸਤੋ, ਵਾਪਸ ਆਪਾਂ ਉਸ ਘਟਨਾ ਉੱਤੇ ਆਈਏ ਜੋ ਕਿ ਸਾਡੇ ਲਈ ਬੀਇੰਗ ਐਨ ਇੰਡੀਅਨ, ਬੀਇੰਗ ਅ ਪੰਜਾਬੀ ਮੈਟਰ ਕਰਦੀ ਹੈ, ਜੋ ਕਿ ਸਰਦਾਰ ਜਗਤਾਰ ਸਿੰਘ ਅਤੇ ਬੀਬੀ ਹਰਭਜਨ ਕੌਰ ਦਾ ਕਤਲ ਸੀ। ਹੁਣ 20 ਨਵੰਬਰ 2023 ਨੂੰ ਕੈਲੇਡਨ ਦੇ ਇੱਕ ਘਰ ਦੇ ਵਿੱਚ ਕਿਰਾਏ ਉੱਤੇ ਰਹਿ ਰਹੇ ਗੁਰਦੀਪ ਸਿੰਘ ਸਿੱਧੂ ਅਤੇ ਉਸ ਦੀ ਭੈਣ ਜਸਪ੍ਰੀਤ ਕੌਰ ਸਿੱਧੂ, ਜੋ ਕਿ ਕੈਨੇਡਾ ਦੇ ਵਿੱਚ ਸਿਟੀਜ਼ਨ ਸਨ, PR ਸਨ, ਪਿਛਲੇ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਸਨ। ਇਹਨਾਂ ਦੇ ਮਾਪੇ ਜਗਤਾਰ ਸਿੰਘ ਸਿੱਧੂ ਅਤੇ ਹਰਭਜਨ ਕੌਰ ਸਿੱਧੂ ਇਹਨਾਂ ਨੂੰ ਛੁੱਟੀਆਂ ਦੇ ਵਿੱਚ ਮਿਲਣ ਆਉਂਦੇ ਨੇ। ਉਸ ਕਿਰਾਏ ਦੇ ਘਰ ਦੇ ਵਿੱਚ ਇਹ 4 ਲੋਕ ਰਹਿ ਰਹੇ ਹੁੰਦੇ ਨੇ, ਲੇਕਿਨ ਜਿਸ ਵਕਤ ਇਹ ਵਾਰਦਾਤ ਹੁੰਦੀ ਹੈ ਉਸ ਵਕਤ ਕਿਸੇ ਕਾਰਨ ਤੋਂ ਗੁਰਦੀਪ ਸਿੰਘ ਸਿੱਧੂ ਆਪਣੇ ਘਰ ਵਿੱਚ ਨਹੀਂ ਸੀ, ਲੇਕਿਨ ਮਾਪੇ ਤੇ ਭੈਣ ਘਰ ਦੇ ਵਿੱਚ ਸੀ। ਹਮਲਾਵਰ ਆਉਂਦੇ ਨੇ, ਬੂਹਾ ਖੜਕਾਉਂਦੇ ਨੇ, ਉਸ ਤੋਂ ਬਾਅਦ ਐਂਟਰ ਕਰਕੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਜੋ ਹੱਡ ਬੀਤੀ ਜਸਪ੍ਰੀਤ ਕੌਰ ਸਿੱਧੂ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਦੱਸੀ, ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਪਿਤਾ ਦੀਆਂ ਤੇ ਆਪਣੀ ਮਾਤਾ ਦੀਆਂ ਚੀਖਾਂ ਸੁਣਾਈ ਦਿੱਤੀਆਂ, ਜਿਸ ਤੋਂ ਬਾਅਦ ਹੋਰ ਕੁਝ ਨਹੀਂ, ਸਿਰਫ ਗੋਲੀਆਂ ਦੀ ਆਵਾਜ਼ ਸੀ ਤੇ ਹਨੇਰਾ ਸੀ। ਜਸਪ੍ਰੀਤ ਕੌਰ ਸਿੱਧੂ ਨੂੰ ਮੈਂ ਆਪਣੀ ਪਿਛਲੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ, 13 ਗਨ ਸ਼ਾਟਸ ਲੱਗੇ, ਯਾਨੀ ਕਿ 13 ਗੋਲੀਆਂ ਜਸਪ੍ਰੀਤ ਕੌਰ ਸਿੱਧੂ ਨੂੰ ਲੱਗੀਆਂ। ਲੇਕਿਨ ਜਿਸ ਨੂੰ ਕਹਿੰਦੇ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਜਸਪ੍ਰੀਤ ਸਿੱਧੂ ਠੀਕ ਨੇ, ਰਿਕਵਰ ਕਰ ਰਹੇ ਨੇ। ਪਿਛਲੇ 11 ਮਹੀਨੇ ਉਹਨਾਂ ਲਈ ਇਸ ਬਹੁਤ ਹੀ ਵੱਡੀ ਫਾਇਰਿੰਗ, ਗੋਲੀਬਾਰੀ ਦੀ ਘਟਨਾ, ਜਿਸ ਵਿੱਚ ਉਹਨਾਂ ਦੇ ਮਾਪਿਆਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਚੁੱਕੀ ਸੀ, ਉਸ ਤੋਂ ਰਿਕਵਰ ਕਰਨਾ ਸੌਖਾ ਨਹੀਂ ਸੀ। ਜਿਹੜੇ ਮੈਂਟਲ ਟਰਾਮਾ ਤੋਂ ਉਹ ਬੱਚੀ ਗੁਜ਼ਰ ਰਹੀ ਹੈ, ਉਸ ਦਾ ਅੰਦਾਜ਼ਾ ਲਾਣਾ ਵੀ ਸੌਖਾ ਨਹੀਂ ਹੈ। ਤੇ ਜਿਹੜੀ ਫਿਜ਼ੀਕਲ ਇੰਜਰੀਜ਼ ਹੈ ਉਹਨਾਂ ਦੀ ਤਾਂ ਗੱਲ ਹੀ ਕੁਝ ਹੋਰ ਹੁੰਦੀ ਹੈ। ਕੁਝ ਮਹੀਨੇ ਪਹਿਲਾਂ ਮੇਰੀ ਜਸਪ੍ਰੀਤ ਕੌਰ ਸਿੱਧੂ, ਜੋ ਕਿ ਉਸ ਵਕਤ ਭਾਰਤ ਪੰਜਾਬ ਆ ਚੁੱਕੇ ਸਨ, ਉਹਨਾਂ ਦੇ ਨਾਲ ਗੱਲ ਹੋਈ।
ਗੱਲਬਾਤ ਦੇ ਵਿੱਚ ਉਹਨਾਂ ਨੇ ਨਾਰਮਲੀ ਗੱਲ ਕੀਤੀ, ਲੇਕਿਨ ਦੱਸਿਆ ਕਿ ਸਰੀਰ ਦੇ ਉੱਤੇ ਸੱਟਾਂ ਬਹੁਤ ਨੇ, ਰਿਕਵਰੀ ਦੇ ਵਿੱਚ ਸਮਾਂ ਲੱਗਦਾ ਪਿਆ ਹੈ। ਦੋਸਤੋ, ਇਸ ਆਪਰੇਸ਼ਨ ਜਾਇੰਟ ਸਲਾਲਮ ਦੇ ਵਿੱਚ ਜਿਹੜਾ ਖੁਲਾਸੇ FBI ਜਾਂ ਕੈਨੇਡੀਅਨ, ਅਮਰੀਕਨ, ਮੈਕਸੀਕਨ ਤੇ ਕੋਲੰਬੀਅਨ ਅਥਾਰਟੀਜ਼ ਵੱਲੋਂ ਕੀਤੇ ਗਏ ਨੇ, ਉਸ ਵਿੱਚ ਕੁਝ ਮੁੱਖ ਗੱਲਾਂ ਇਸ ਵਾਰਦਾਤ ਦੇ ਬਾਰੇ ਦੱਸੀਆਂ ਗਈਆਂ ਨੇ। ਸਭ ਤੋਂ ਅਹਿਮ ਜਿਹੜੀ ਗੱਲ ਦੱਸੀ ਗਈ ਹੈ ਉਹ ਇਹ ਹੈ ਕਿ 20 ਨਵੰਬਰ ਦੀ ਕੈਲੇਡਨ ਦੀ ਇਸ ਵਾਰਦਾਤ ਦੇ ਵਿੱਚ ਇਸ ਘਰ ਦੇ ਵਿੱਚ ਵੜ ਕੇ ਇਸ ਘਰ ਦੇ ਜੀਆਂ ਨੂੰ, ਪੋਸੀਬਲੀ ਇੱਕ ਮਿਸਟੇਕਨ ਆਇਡੈਂਟੀ ਦਾ ਕੇਸ ਹੋ ਸਕਦਾ ਹੈ, ਲੇਕਿਨ ਘਟਨਾ ਕੁਝ ਇਸ ਤਰੀਕੇ ਦੀ ਰਹੀ ਕਿ ਨਸ਼ੇ ਦੀ, ਡਰੱਗ ਸਮਗਲਿੰਗ ਦੇ ਤਹਿਤ ਜਿਹੜੀ ਖੇਪ, ਜਿਹੜੀ ਕੰਸਾਈਨਮੈਂਟਸ ਹੁੰਦੀਆਂ ਨੇ, ਉਸ ਦੇ ਵਿੱਚੋਂ ਇੱਕ ਕੰਸਾਈਨਮੈਂਟ ਗਾਇਬ ਹੋ ਚੁੱਕੀ ਸੀ। ਜਿਸ ਵਿਅਕਤੀ ਦੇ ਉੱਤੇ ਸ਼ੱਕ ਰਿਹਾ ਉਸ ਕੰਸਾਈਨਮੈਂਟ ਨੂੰ ਗਾਇਬ ਰੱਖਣ ਦਾ ਜਾਂ ਕਰਨ ਦਾ, ਉਹ ਵਿਅਕਤੀ ਪੋਸੀਬਲੀ ਕੈਲੇਡਨ ਦੇ ਇਸੇ ਮੇਫੀਲਡ ਰੋਡ ਦੇ ਇਲਾਕੇ ਦੇ ਵਿੱਚ ਕਿਸੇ ਸਮੇਂ ਰਹਿ ਰਿਹਾ ਹੋ ਸਕਦਾ ਹੈ। ਸੋ ਜਿਹੜਾ ਆਰਡਰ ਦਿੱਤਾ ਗਿਆ ਕਿ ਇਸ ਘਰ ਦੇ ਵਿੱਚ ਵੜ ਕੇ ਜਿਹੜੇ ਵੀ ਜੀਅ ਦਿਸਣ ਉਹਨਾਂ ਨੂੰ ਗੋਲੀਆਂ ਮਾਰਤੀਆਂ ਜਾਣ, ਉਹ ਆਰਡਰ ਕਿਸੇ ਹੋਰ ਵੱਲੋਂ ਨਹੀਂ ਬਲਕਿ ਇਸੇ ਕ੍ਰਿਮੀਨਲ ਡਰੱਗ ਸਿੰਡੀਕੇਟ ਦੇ ਮੁੱਖ ਸਰਗਨਾ ਵੱਲੋਂ, ਯਾਨੀ ਕਿ ਰਾਇਨ ਜੇਮਸ ਵੈਡਿੰਗ ਵੱਲੋਂ ਤੇ ਉਸ ਦੇ ਸੈਕੰਡ ਇਨ ਕਮਾਂਡ ਐਂਡਰਿਊ ਕਲਾਰਕ ਵੱਲੋਂ ਦਿੱਤੇ ਗਏ। ਐਂਡਰਿਊ ਕਲਾਰਕ ਨੂੰ ਅੱਜ ਤੋਂ ਕੁਝ ਮਹੀਨੇ ਪਹਿਲਾਂ ਮੈਕਸੀਕੋ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਵੈਡਿੰਗ ਦਾ ਆਪਾਂ ਜ਼ਿਕਰ ਕਰ ਚੁੱਕਿਆ ਕਿ ਅਜੇ ਵੀ ਉਹ ਭਗੌੜਾ ਹੈ। ਦੂਸਰੀ ਜਿਹੜੀ ਅਹਿਮ ਗੱਲ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਬੁਲਾਰਿਆਂ ਨੇ ਕਲੀਅਰ ਕੀਤੀ ਹੈ, ਕਿਉਂਕਿ ਇਹ ਘਟਨਾ ਜਾਂ ਜਿਹੜੀ ਵਾਰਦਾਤ ਜਿਸ ਸਕੇਲ ਦੇ ਉੱਤੇ ਹੋਈ, ਇਸ ਚੀਜ਼ ਨੂੰ ਕੋਈ ਵੀ ਵਿਸ਼ਵਾਸ ਨਹੀਂ ਸੀ ਕਰ ਸਕਦਾ ਕਿ ਮਿਸਟੇਕਨ ਆਇਡੈਂਟੀਟੀ ਦੇ ਤਹਿਤ ਹਮਲਾਵਰ ਆਣਗੇ, ਕਿਸੇ ਘਰ ਦੇ ਵਿੱਚ ਵੜ ਕੇ ਤਾਬੜਤੋੜ ਗੋਲੀਆਂ ਚਲਾਣਗੇ, ਉਹ ਵੀ ਇੱਕ ਗੁਰਸਿੱਖ ਪਰਿਵਾਰ ਦੇ ਉੱਤੇ। ਸੋ ਇੱਕ ਬਜ਼ੁਰਗ ਹੈ, ਇੱਕ ਬਜ਼ੁਰਗ ਮਹਿਲਾ ਹੈ, ਇੱਕ ਲੜਕੀ ਹੈ। ਉਹਨਾਂ ਦੀ ਪ੍ਰੋਫਾਈਲ ਦੇਖ ਕੇ ਉਹਨਾਂ ਦੇ ਡਰੱਗ ਸਮਗਲਰਸ ਦੇ ਨਾਲ ਲਿੰਕ ਹੋਣ ਦੀ ਕੋਈ ਵੀ ਗੁੰਜਾਇਸ਼ ਬਚਦੀ ਨਹੀਂ ਸੀ, ਲੇਕਿਨ ਇਸ ਦੇ ਬਾਵਜੂਦ ਇਹਨਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਜੇ ਉਸ ਦਿਨ ਗੁਰਦੀਪ ਸਿੱਧੂ ਖੁਦ ਘਰੇ ਹੁੰਦਾ ਤਾਂ ਸ਼ਾਇਦ ਉਸ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ, ਟਾਰਗੇਟ ਕੀਤਾ ਜਾਂਦਾ। ਸੋ ਨਵੰਬਰ 2023 ਦੀ ਇਸ ਵਾਰਦਾਤ ਤੋਂ ਬਾਅਦ ਕਈ ਕਿਸਮ ਦੇ ਸੰਸੇ ਲੋਕਾਂ ਦੇ ਮਨਾਂ ਦੇ ਵਿੱਚ ਰਹੇ। ਡਰ ਤੇ ਸਹਿਮ ਦਾ ਮਾਹੌਲ ਤਾਂ ਸੀ ਕਿ ਵਾਰਦਾਤ ਦਾ ਸਕੇਲ ਤੇ ਕਿਸ ਤਰੀਕੇ ਦੇ ਨਾਲ ਇਹ ਘਟਨਾ ਹੋਈ ਹੈ ਸਭ ਦੀ ਸਮਝ ਤੋਂ ਪਰੇ ਸੀ। ਲੋਕ ਇਸ ਗੱਲ ਨੂੰ ਲੈ ਕੇ ਸੰਸੇ ਦੇ ਵਿੱਚ ਸੀ। ਡਰੱਗ ਟ੍ਰੈਫਿਕਿੰਗ ਦਾ ਕੰਮ ਕੀ ਇਸ ਘਰ ਤੋਂ ਜਾਂ ਇਸ ਘਰ ਦੇ ਆਲੇ ਦੁਆਲੇ ਕਿਸੇ ਗੁਆਂਢ ਦੇ ਘਰ ਤੋਂ ਹੋ ਰਿਹਾ ਸੀ, ਜਿਸ ਦੇ ਭੁਲੇਖੇ ਦੇ ਵਿੱਚ ਇਸ ਘਰ ਦੇ ਵਿੱਚ ਗੋਲੀਆਂ ਚਲਾਤੀਆਂ ਗਈਆਂ। ਕਈ ਕਿਸਮ ਦੇ ਮਨ ਦੇ ਵਿੱਚ ਖਦਸ਼ੇ ਸਨ। ਇਨਫੈਕਟ ਉਹਨਾਂ ਦਿਨਾਂ ਜਾਂ ਉਸ ਸਮੇਂ ਦੌਰਾਨ ਮੈਂ ਵੀ ਕੈਨੇਡਾ ਦੇ ਵਿੱਚ ਸੀ, ਹਾਲਾਂਕਿ ਮੈਂ ਪੱਛਮੀ ਛੋਰ ਦੇ ਉੱਤੇ ਸੀ। ਓਨਟੈਰੀਓ ਪੂਰਬੀ ਕੈਨੇਡਾ ਦੇ ਛੋਰ ਦੇ ਉੱਤੇ ਪ੍ਰੋਵਿੰਸ ਹੈ। ਮੇਰਾ ਜਿਹੜਾ ਪ੍ਰੋਵਿੰਸ ਸੀ ਉਹ ਸੀ ਬ੍ਰਿਟਿਸ਼ ਕੋਲੰਬੀਆ, ਵੈਂਕੂਵਰ ਟੂ ਬੀ ਪ੍ਰੀਸਾਈਜ਼। ਸੋ ਉਹਨਾਂ ਦਿਨਾਂ ਦੇ ਵਿੱਚ ਰੇਡੀਓ ਦੇ ਉੱਤੇ ਵੀ ਕਈ ਸ਼ੋਜ਼ ਹੋਏ, ਜਿਸ ਦੌਰਾਨ ਲੋਕਾਂ ਨੇ, ਕਮਿਊਨਿਟੀ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ। ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਸੀ ਕਿ ਕੀ ਕੋਈ ਅਜਿਹੀ ਗੁੰਜਾਇਸ਼ ਤਾਂ ਨਹੀਂ ਕਿ ਇਸ ਘਰ ਦੇ ਵਿੱਚ ਕੋਈ ਪਹਿਲਾਂ ਰਹਿੰਦਾ ਰਿਹਾ ਹੋਵੇ ਜਾਂ ਹੁਣ ਰਹਿੰਦਾ ਹੋਵੇ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਇਨਵੋਲਵ ਹੋਵੇ। ਲੇਕਿਨ ਦੋਸਤੋ, ਇਸ ਬਾਰੇ ਇੱਕ ਬਹੁਤ ਹੀ ਅਹਿਮ ਜਾਣਕਾਰੀ FBI ਵੱਲੋਂ ਦਿੱਤੀ ਗਈ ਹੈ ਕਿ ਇਹ ਜਿਹੜਾ ਪਰਿਵਾਰ, ਸਿੱਧੂ ਪਰਿਵਾਰ ਸੀ, ਜਗਤਾਰ ਸਿੰਘ ਅਤੇ ਹਰਭਜਨ ਕੌਰ ਸਿੱਧੂ ਜੋ ਕਿ ਭਾਰਤ ਤੋਂ ਗਏ ਸਨ, ਇਹਨਾਂ ਦਾ ਬੇਟਾ ਗੁਰਦੀਪ ਸਿੱਧੂ, ਜਸਪ੍ਰੀਤ ਕੌਰ ਸਿੱਧੂ ਜੋ ਕਿ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਸਨ। ਇਹਨਾਂ ਨੇ ਸ਼ਾਇਦ 10-11 ਮਹੀਨੇ ਪਹਿਲਾਂ ਹੀ ਉਸ ਐਡਰੈਸ ਉੱਤੇ ਸ਼ਿਫਟ ਕੀਤਾ ਸੀ। ਡਰੱਗ ਟ੍ਰੈਫਿਕਿੰਗ ਜਾਂ ਡਰੱਗ ਪੈਡਲਿੰਗ ਦੇ ਨਾਲ ਜੁੜੀ ਹੋਈ ਕਿਸੇ ਵੀ ਗਤੀਵਿਧੀ ਦੇ ਨਾਲ ਇਹ ਕਦੇ ਵੀ ਅਟੈਚ ਨਹੀਂ ਰਹੇ। ਇਸ ਬਾਰੇ ਫੈਡਰਲ ਏਜੰਸੀਆਂ ਵੱਲੋਂ ਸਾਫ਼ ਦੱਸਿਆ ਗਿਆ ਹੈ। ਸੋ ਦੋ ਅਹਿਮ ਚੀਜ਼ਾਂ ਕਿ ਇਸ ਹਿੱਟ ਯਾਨੀ ਕਿ ਇਸ ਵਾਰਦਾਤ ਨੂੰ ਕਰਾਉਣ ਦਾ ਆਰਡਰ ਸਿੱਧਾ ਉਹਨਾਂ ਮਾਸਟਰਮਾਈਂਡ ਸਰਗਨਾਵਾਂ ਵੱਲੋਂ ਆਉਂਦਾ ਹੈ ਜੋ ਕਿ ਇਸ ਸਿੰਡੀਕੇਟ ਦੇ ਉੱਤੇ ਹੈਡ ਦੇ ਉੱਤੇ ਬੈਠੇ ਸਨ, ਜਿਨ੍ਹਾਂ ਵਿੱਚੋਂ ਅੱਜ ਇੱਕ ਗ੍ਰਿਫਤਾਰ ਤੇ ਇੱਕ ਭਗੌੜਾ ਹੈ। ਲੇਕਿਨ ਜਿਹੜੀ ਚੀਜ਼ ਅਜੇ ਵੀ ਕਲੀਅਰ ਨਹੀਂ ਹੋ ਪਾਈ ਹੈ ਉਹ ਇਹ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕ੍ਰਿਮੀਨਲ ਸ਼ੂਟਰ ਸਨ ਕੌਣ, ਕਿੰਨੇ ਸਨ, ਕਿੰਨੇ ਲੋਕ ਉਸ ਦਿਨ ਆਏ। ਕਿਉਂਕਿ ਤੁਸੀਂ ਦੇਖੋ ਕਿ ਘਰ ਦੇ ਵਿੱਚ 3 ਜੀਆਂ ਨੂੰ ਗੋਲੀਆਂ ਮਾਰੀਆਂ ਗਈਆਂ, 13 ਗੋਲੀਆਂ ਤਾਂ ਇਕੱਲੀ ਇਸ ਲੜਕੀ ਨੂੰ ਲੱਗੀਆਂ। ਉਸ ਤੋਂ ਬਾਅਦ ਇਹਨਾਂ ਦੇ ਮਾਪਿਆਂ ਦੇ ਉੱਤੇ ਕਿੰਨੀਆਂ ਗੋਲੀਆਂ ਚੱਲੀਆਂ, ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋਈ। ਸੋ ਕੀ ਇੱਕ ਹੀ ਸ਼ੂਟਰ ਵੱਲੋਂ ਇੰਨੀਆਂ ਗੋਲੀਆਂ ਚਲਾਈਆਂ ਗਈਆਂ ਜਾਂ ਫਿਰ ਮਲਟੀਪਲ ਲੋਕ ਆਏ ਸੀ ਜਿਨ੍ਹਾਂ ਨੂੰ ਜਸਪ੍ਰੀਤ ਕੌਰ ਸਿੱਧੂ ਦੇਖ ਨਹੀਂ ਪਾਈ, ਜਾਂ ਇਸ ਮਾਹੌਲ ਦੇ ਵਿੱਚ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਸਮਝਣਾ ਕਿ ਕੀ ਹੋ ਰਿਹਾ, ਕਿਵੇਂ ਹੋ ਰਿਹਾ ਹੈ। ਸੋ ਇਸ ਬਾਰੇ ਕੋਈ ਵੀ ਜਾਣਕਾਰੀ ਇਹਨਾਂ ਗ੍ਰਿਫਤਾਰੀਆਂ ਦੇ ਬਾਵਜੂਦ ਵੀ ਨਹੀਂ ਮਿਲ ਪਾਈ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਇਸ ਕੇਸ ਦੇ ਵਿੱਚ ਅਜੇ ਤੱਕ ਹੋਈ ਪੁੱਛਗਿੱਛ ਦੇ ਵਿੱਚ 2 ਹੋਰ ਵਾਰਦਾਤਾਂ ਦਾ ਵੀ ਜ਼ਿਕਰ ਹੋਇਆ ਹੈ ਜੋ ਕਿ ਇਸ ਸਾਲ ਯਾਨੀ ਕਿ 2024 ਦੇ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਦੌਰਾਨ ਹੋਈਆਂ। ਮਲਿਕ ਕਨਿੰਗਮ ਨਾਂ ਦਾ ਉਹ ਕੈਨੇਡੀਅਨ ਜੋ ਕਿ ਇਸ ਧਰਪਕੜ ਦੇ ਵਿੱਚ ਫੜਿਆ ਵੀ ਗਿਆ ਹੈ। ਇਸ ਕਾਰਟਲ ਦੇ 16 ਮੈਂਬਰਾਂ ਦੇ ਵਿੱਚੋਂ ਹੀ ਇੱਕ ਹੈ, ਇਸ ਨੂੰ ਕੈਨੇਡਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਰਲ ਕੇ ਇਸੇ ਇਲਾਕੇ ਦੇ ਵਿੱਚ ਇੱਕ ਹੋਰ ਵਾਰਦਾਤ, ਇੱਕ ਹੋਰ ਹੱਤਿਆ ਨੂੰ ਅੰਜਾਮ ਦਵਾਇਆ ਸੀ ਅਪ੍ਰੈਲ ਦੇ ਵਿੱਚ, ਤੇ 24 ਮਈ ਨੂੰ ਇੱਕ ਹੋਰ ਵਾਰਦਾਤ ਦੇ ਵਿੱਚ ਇੱਕ ਹੋਰ ਵਿਅਕਤੀ ਦਾ ਕਤਲ ਕਰਤਾ ਗਿਆ ਸੀ। ਇਹ ਕਤਲ ਕਿਹੜੇ ਹਾਲਾਤ 'ਚ ਕੀਤੇ ਗਏ, ਇਹਨਾਂ ਲੋਕਾਂ ਦਾ ਇਸ ਕਾਰਟਲ ਦੇ ਨਾਲ ਕੁਝ ਲੈਣਾ ਦੇਣਾ ਸੀ ਜਾਂ ਨਹੀਂ ਸੀ, ਇਸ ਬਾਰੇ ਕੋਈ ਪੱਕੀ ਜਾਣਕਾਰੀ ਇਸ ਬਰੀਫਰ ਦੇ ਵਿੱਚ, ਇਸ ਜਾਣਕਾਰੀ ਦੇ ਵਿੱਚ ਸਾਹਮਣੇ ਨਹੀਂ ਆਈ ਹੈ।
ਲੇਕਿਨ ਸਿੱਧੂ ਪਰਿਵਾਰ, ਗੁਰਦੀਪ ਸਿੰਘ ਸਿੱਧੂ ਜੋ ਕਿ ਅੱਜ ਜਿਉਂਦੇ ਨੇ, ਉਹਨਾਂ ਦੀ ਭੈਣ ਜਸਪ੍ਰੀਤ ਕੌਰ ਸਿੱਧੂ ਜਾਂ ਫਿਰ ਉਹਨਾਂ ਦੇ ਮਾਪੇ ਜਿਨ੍ਹਾਂ ਦਾ ਕੈਨੇਡਾ ਦੇ ਨਾਲ ਕੋਈ ਐਡਾ ਲੰਬਾ ਚੌੜਾ ਵਾਹ ਵਾਸਤਾ ਨਹੀਂ ਸੀ, ਇਸ ਪਰਿਵਾਰ ਦੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਨਾਲ ਨਾ ਜੁੜੇ ਹੋਣ ਦੀ ਜਿਹੜੀ ਕਲੈਰੀਫਿਕੇਸ਼ਨ ਜਾਰੀ ਕੀਤੀ ਗਈ ਹੈ, ਉਸ ਦੇ ਬਾਅਦ ਬਹੁਤ ਤਸੱਲੀ ਲੋਕਾਂ ਦੇ ਮਨਾਂ ਦੇ ਵਿੱਚ ਹੈ। ਜਿਹੜੀ ਦੁਬਿਧਾ ਜਾਂ ਜਿਹੜਾ ਥੋੜਾ ਬਹੁਤ ਸੰਸਾ ਸੀ ਉਹ ਵੀ ਨਹੀਂ ਰਿਹਾ। ਲੇਕਿਨ ਦੋਸਤੋ, ਨੁਕਸਾਨ ਬਹੁਤ ਵੱਡਾ ਹੋਇਆ। ਸੋ ਆਪਾਂ ਆਪਣੀ ਬੀਤੀ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਸੀ, ਸਾਨੂੰ ਨਹੀਂ ਪਤਾ ਕਿ ਹੁਸ਼ਿਆਰਪੁਰ ਦੇ ਪਿੰਡ ਚੱਕੋਵਾਲ ਬ੍ਰਾਹਮਣਾ ਵਿਖੇ ਜਿਹੜੇ ਦੋ ਲੋਕਾਂ ਨੂੰ ਮਾਰਾ ਗਿਆ, ਉਹ ਕਤਲ ਕੀਤਾ ਗਿਆ, ਉਹ ਇੱਕ ਮਿਸਟੇਕਨ ਆਇਡੈਂਟੀਟੀ ਦਾ ਕੇਸ ਸੀ ਜਾਂ ਫਿਰ ਉਹ ਸੁਖਜੀਤ ਲਾਲ ਨਾਂ ਦਾ ਵਿਅਕਤੀ ਜਿਸ ਦਾ ਰੌਲਾ ਚੱਲਦਾ ਸੀਗਾ ਜਸਮੀਤ ਲੱਕੀ ਗੈਂਗ ਦੇ ਨਾਲ, ਉਸ ਦੇ ਜਿਹੜੇ ਗੁਰਗਿਆਂ ਦੇ ਨਾਲ, ਜੋ ਕਿ ਨਸ਼ੇ ਦਾ ਤਸਕਰ ਹੈ। ਸੋ ਕੀ ਸੋਚ ਕੇ ਮਿੱਥ ਕੇ ਸੁਖਜੀਤ ਲਾਲ ਦੇ ਪਿਤਾ ਤੇ ਉਸਦੇ ਭਰਾ ਦਾ ਕਤਲ ਕੀਤਾ ਗਿਆ ਜਾਂ ਮਿਸਟੇਕਨ ਆਇਡੈਂਟੀਟੀ ਸੀ? ਸਾਨੂੰ ਉਸ ਵਾਰਦਾਤ ਬਾਰੇ ਪੱਕੀ ਤਰ੍ਹਾਂ ਨਹੀਂ ਪਤਾ, ਲੇਕਿਨ ਇਹ ਵਾਰਦਾਤ ਸਰਟਨਲੀ ਇੱਕ ਮਿਸਟੇਕਨ ਆਇਡੈਂਟੀਟੀ ਦਾ ਕੇਸ ਸੀ, ਜਿਸ ਦਾ ਜ਼ਿਕਰ ਮੈਂ ਆਪਣੀ 12 ਜੂਨ ਦੀ ਰਿਪੋਰਟ ਵਿੱਚ ਕੀਤਾ ਸੀ। ਇਸ ਪਰਿਵਾਰ ਲਈ ਇੱਕ ਅਜਿਹਾ ਘਾਟਾ ਹੈ। ਕੈਨੇਡਾ ਦੇ ਵਿੱਚ ਇੱਕ ਵੱਖਰਾ ਸੁਪਨਾ ਲੈ ਕੇ ਗਏ ਸੀ। ਮੈਂ ਇਹਦੇ ਬੇਟੇ ਗੁਰਦੀਪ ਸਿੱਧੂ ਦੇ ਨਾਲ ਵੀ ਕਈ ਵਾਰ ਗੱਲ ਹੋਈ ਹੈ ਮੇਰੀ ਫੋਨ ਦੇ ਉੱਤੇ। ਉਹਨਾਂ ਨੇ ਦੱਸਿਆ ਕਿ ਉਹ ਕੈਨੇਡੀਅਨ ਸਿਟੀਜ਼ਨ ਨੇ। ਉਹਨਾਂ ਦੀ ਜਿਹੜੀ ਭੈਣ ਜਸਪ੍ਰੀਤ ਕੌਰ ਸਿੱਧੂ ਹੈ, ਉਹ ਇੱਥੇ ਪੀਆਰ ਹਾਸਲ ਕਰ ਚੁੱਕੇ ਸੀ। ਮਾਪਿਆਂ ਨੂੰ ਲੱਗ ਰਿਹਾ ਹੋਏਗਾ ਕਿ ਉਹਨਾਂ ਦੇ ਬੱਚੇ ਕੈਨੇਡਾ ਦੇ ਵਿੱਚ ਸੈਟਲ ਹੋ ਚੁੱਕੇ ਨੇ। ਲੇਕਿਨ ਜਿਸ ਵਕਤ ਜਿਹੜੇ ਮਹੀਨਿਆਂ ਦੌਰਾਨ ਮੇਰੀ ਗੁਰਦੀਪ ਸਿੱਧੂ ਨਾਲ ਗੱਲ ਹੋਈ, ਉਹਨਾਂ ਦੇ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਡਾਊਟ ਸੀ ਕਿ ਹੁਣ ਉਹ ਵਾਪਸ ਜਾਣ ਜਾਂ ਨਾ ਜਾਣ। ਇਸ ਪੱਧਰ ਦੇ ਸਦਮੇ, ਇਸ ਤਰਾਸਦੀ ਚੋਂ ਨਿਕਲਣਾ ਸੌਖਾ ਕਿਸੇ ਵੀ ਵਿਅਕਤੀ ਲਈ ਨਹੀਂ ਹੋ ਸਕਦਾ, ਖਾਸ ਕਰਕੇ ਕਿਸੇ ਨੌਜਵਾਨ ਜਿਵੇਂ ਕਿ ਇਹ ਭੈਣ ਭਰਾ ਹੈਗੇ ਨੇ। ਲੇਕਿਨ ਜਿੰਨੀ ਕੁ ਵੀ ਵਾਰ ਮੇਰੀ ਗੱਲ ਇਹਨਾਂ ਦੇ ਨਾਲ ਫੋਨ ਉੱਤੇ ਹੋਈ, ਇਹਨਾਂ ਦੇ ਵਿੱਚ ਇੱਕ ਠਰਮਾ, ਇੱਕ ਬੈਲੈਂਸ ਨਜ਼ਰ ਆਇਆ। ਪੂਰੇ ਤਰੀਕੇ ਦੇ ਨਾਲ ਸਦਮੇ ਚੋਂ ਕਿੰਨਾ ਕੁ ਬਾਹਰ ਨਿਕਲ ਪਾਏ ਹੋਣਗੇ, ਨਹੀਂ ਨਿਕਲ ਪਾਏ ਹੋਣਗੇ, ਮੈਂ ਉਸ ਨੂੰ ਤਾਂ ਨਹੀਂ ਕਹਿ ਸਕਦਾ। ਲੇਕਿਨ ਆਈ ਹੋਪ, ਆਪਾਂ ਉਮੀਦ ਕਰਦੇ ਹਾਂ, ਆਪਾਂ ਅਰਦਾਸ ਕਰਦੇ ਹਾਂ ਕਿ ਇਹਨਾਂ ਦੋਹੇ ਨੌਜਵਾਨ ਭੈਣ ਭਰਾਵਾਂ ਨੂੰ ਪਰਮਾਤਮਾ ਬਲ ਬਖਸ਼ੇ ਤੇ ਇਸ ਤਰੀਕੇ ਦੀਆਂ ਘਟਨਾਵਾਂ ਇੱਕ ਵਾਰ ਫੇਰ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਨੇ ਕਿ ਸਾਡੇ ਆਲੇ ਦੁਆਲੇ ਹੋ ਕੀ ਰਿਹਾ ਹੈ। ਅਸੀਂ ਉਹਨਾਂ ਘਟਨਾਵਾਂ ਦਾ, ਉਹਨਾਂ ਘਟਨਾਕ੍ਰਮਾਂ ਦਾ ਵੀ ਕਈ ਵਾਰ ਨਿਸ਼ਾਨਾ ਅਣਜਾਣੇ 'ਚ ਬਣ ਜਾਂਦੇ ਹਾਂ, ਜਿਹੜੇ ਘਟਨਾਕ੍ਰਮ ਸਾਡੇ ਨਾਲ ਜੁੜਦੇ ਨਹੀਂ, ਦੂਰ ਦੂਰ ਦਾ ਲੈਣਾ ਦੇਣਾ ਨਹੀਂ ਹੁੰਦਾ, ਜਿਵੇਂ ਕਿ ਕੈਲੇਡਨ ਦੀ ਇਸ ਵਾਰਦਾਤ ਜਾਂ ਘਟਨਾ ਵਿੱਚ ਹੋਇਆ। ਕੈਨੇਡਾ ਦੇ ਵਿੱਚ ਹਰ 2-4 ਮਹੀਨੇ ਬਾਅਦ ਕੋਈ ਅਜਿਹੀ ਘਟਨਾ ਵਾਪਰਦੀ ਹੈ ਜਦੋਂ ਕਿ ਇੱਕ ਮਿਸਟੇਕਨ ਆਇਡੈਂਟੀਟੀ ਦੇ ਤਹਿਤ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾਂਦਾ। ਮੈਂ ਆਪਣੀ ਪਿਛਲੀ ਰਿਪੋਰਟ ਦੇ ਵਿੱਚ 2-3 ਹੋਰ ਕੇਸਿਸ ਦਾ ਜ਼ਿਕਰ ਕੀਤਾ ਸੀ। ਸੋ ਦੋਸਤੋ, ਅੱਜ ਦੀ ਇਸ ਰਿਪੋਰਟ ਦੇ ਵਿੱਚ, ਜੋ ਕਿ ਫਾਲੋਅਪ ਰਿਪੋਰਟ ਸੀ ਮੇਰੀ 12 ਜੂਨ ਦੀ ਉਸ ਰਿਪੋਰਟ ਦਾ, ਮੈਂ ਇਹੀ ਗੱਲਾਂ ਬਾਤਾਂ ਇਸ ਆਪਰੇਸ਼ਨ ਜਾਇੰਟ ਸਲਾਲਮ ਦੇ ਸੰਬੰਧ ਵਿੱਚ ਜਿਹੜੇ ਖੁਲਾਸੇ, ਜਿਹੜੀ ਕਲੈਰੀਫਿਕੇਸ਼ਨ ਦਿੱਤੀਆਂ ਗਈਆਂ ਨੇ, ਉਹਨਾਂ ਦੇ ਬਾਰੇ ਹੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ। ਸੋ ਆਸ ਕਰਾਂਗਾ ਇਸ ਰਿਪੋਰਟ ਦੇ ਜ਼ਰੀਏ ਆਪਾਂ ਨੂੰ ਕਈ ਸਵਾਲਾਂ ਦੇ ਜਵਾਬ ਮਿਲੇ ਹੈਗੇ ਨੇ ਇਸ ਦੁਖਾਂਤ ਬਾਰੇ, ਇਸ ਤਰਾਸਦੀ ਬਾਰੇ। ਬਹੁਤ ਬਹੁਤ ਸ਼ੁਕਰੀਆ ਇਸ ਰਿਪੋਰਟ ਨੂੰ ਸਮਾਂ ਦੇਣ ਲਈ। ਫੇਰ ਛੇਤੀ ਇੱਕ ਹੋਰ ਰਿਪੋਰਟ ਲੈ ਕੇ ਹੋਏਗੀ ਮੁਲਾਕਾਤ। ਮਿਲਦੇ ਹਾਂ।